ਸਤਿ ਸ਼੍ਰੀ ਅਕਾਲ ਜੀ। मैं रणबीर सिंह राणा ਤੇ ਮੰਡੀ ਗੋਬਿੰਦਗੜ੍ਹ ਦੇ ਪਿੰਡ ਤਰਖਾਣ ਮਾਜਰੇ ਤੋਂ ਇੱਕ ਮੰਦਭਾਗੀ ਖਬਰ ਆ ਰਹੀ ਹੈ, ਦੁਖਦਾਈ ਖਬਰ ਆ ਰਹੀ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਵਾਰ ਫੇਰ ਬੇਅਦਬੀ ਕੀਤੀ ਗਈ ਹੈ। ਗੁਟਕਾ ਸਾਹਿਬ ਦੇ ਅੰਗ ਵੀ ਫਾੜੇ ਗਏ ਨੇ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਇੱਕ ਵਿਅਕਤੀ ਗੱਡੀ ਦੇ ਵਿੱਚ ਆਉਂਦਾ ਏ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਦਰਵਾਜ਼ਾ ਖੁਲਵਾ ਲੈਂਦਾ ਹੈ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾਂਦਾ ਹੈ ਤਾਂ ਪਾਵਨ ਸਰੂਪ ਦੇ ਬੇਅਦਬੀ ਕਰਦਾ ਹੈ, ਗੁਟਕਾ ਸਾਹਿਬ ਦੇ ਅੰਗ ਫਾੜ ਦਿੰਦਾ ਹੈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਹਨੂੰ ਰੋਕਿਆ ਜਾਂਦਾ ਹੈ ਤੇ ਉਸ ਦੀ ਗੱਡੀ ਨੂੰ ਵੀ ਘੇਰ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਰ ਇਹ ਘਟਨਾ ਕਿਉਂ ਵਾਪਰੀ, ਇਸ ਦੇ ਪਿੱਛੇ ਕਾਰਨ ਕੀ ਸੀਗਾ, ਇਹ ਵੱਡੀ ਗੱਲ ਹੈ। ਇਸ ਤੋਂ ਪਹਿਲਾਂ ਵੀ ਮੰਡੀ ਗੋਬਿੰਦਗੜ੍ਹ ਦੇ ਪਿੰਡ ਤੂਰਾਂ ਦੇ ਵਿੱਚ ਅਜਿਹੀ ਹੀ ਘਟਨਾ ਵਾਪਰੀ ਸੀ, ਜਿੱਥੇ ਕਹਿ ਦਿੱਤਾ ਗਿਆ ਸੀਗਾ ਕਿ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਪਰ ਹੁਣ ਫੇਰ ਫਤਿਹਗੜ੍ਹ ਸਾਹਿਬ ਦਾ ਪਿੰਡ ਹੈ, ਮੰਡੀ ਗੋਬਿੰਦਗੜ੍ਹ ਦੇ ਨੇੜੇ ਇਹ ਪਿੰਡ ਹੈ ਤਰਖਾਣ ਮਾਜਰਾ, ਜਿੱਥੇ ਇੱਕ ਕਾਰ ਸਵਾਰ ਨੌਜਵਾਨ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦਾ ਬਹਾਨਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਦੱਸ ਦਈਏ ਕਿ ਐਸਪੀਡੀ ਜਗਜੀਤ ਸਿੰਘ ਮੌਕੇ ਤੇ ਪਹੁੰਚੇ। ਗ੍ਰੰਥੀ ਸਿੰਘ ਮਲਕੀਤ ਸਿੰਘ ਨੇ ਵੀ ਦੱਸਿਆ ਕਿ ਇੱਕ ਮੋਨਾ ਵਿਅਕਤੀ ਨਾਭਾ ਦੇ ਵੱਲੋਂ ਨਾਭਾ ਵਾਲੇ ਪਾਸਿਓਂ ਕਾਰ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਆਇਆ ਅਤੇ ਉਹਨਾਂ ਨੂੰ ਕਹਿਣ ਲੱਗਾ ਕਿ ਦਰਬਾਰ ਸਾਹਿਬ ਦਾ ਤਾਲਾ ਖੋਲੋ, ਉਸਨੇ ਮੱਥਾ ਟੇਕਣਾ ਹੈ। ਅਤੇ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਦਾ ਤਾਲਾ ਖੋਲ੍ਹਿਆ ਤਾਂ ਇਸ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਇਸਨੇ ਰੌਲਾ ਪਾ ਦਿੱਤਾ, ਜਿਸ ਉਪਰੰਤ ਪਿੰਡ ਵਾਸੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਵਿਅਕਤੀ ਨੂੰ ਕਾਬੂ ਕਰ ਲਿਆ। ਉਸ ਦੀ ਕੁੱਟਮਾਰ ਵੀ ਕੀਤੀ, ਕਾਰ ਦੀ ਵੀ ਭੰਨ ਤੋੜ ਕਰ ਦਿੱਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਹਾਲਾਂਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇੱਕ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਉਸਨੇ ਅਜਿਹਾ ਕਿਉਂ ਕੀਤਾ। ਸੋ ਵੱਡੀ ਖਬਰ ਹੈ ਕਿ ਇੱਕ ਵਾਰ ਫੇਰ ਗੁਰਦੁਆਰਾ ਸਾਹਿਬ ਵਿਖੇ ਤਰਖਾਣ ਮਾਜਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਇਹ ਵਾਰਦਾਤ ਵਾਪਰੀ ਹੈ ਤੇ ਸਵਾਲ ਇਹੀ ਹੈ ਕਿ ਆਖਿਰ ਇਸ ਸ਼ਖਸ ਦੇ ਵੱਲੋਂ ਇਹ ਕਾਰਾ ਕਿਉਂ ਕੀਤਾ ਗਿਆ। ਤਸਵੀਰਾਂ ਤੁਹਾਨੂੰ ਫੁੱਲ ਵਿੰਡੋ ਕਰਕੇ ਦਿਖਾਉਂਦੇ ਹਾਂ ਕਿ ਇੱਥੇ ਲੋਕ ਵੀ ਇਕੱਠੇ ਹੋਏ ਨੇ, ਪੁਲਿਸ ਵੀ ਪਹੁੰਚੀ ਹੈ ਮੌਕੇ ਤੇ, ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਪਰ ਇਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿ ਇਹ ਸ਼ਖਸ ਜਿਹੜਾ ਹੈ ਉਸ ਨੇ ਇਹ ਬੇਅਦਬੀ ਕਿਉਂ ਕੀਤੀ, ਪਾਵਨ ਸਰੂਪ ਦੀ ਬੇਅਦਬੀ ਕਿਉਂ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਕਿੰਨੀਆਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਸ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਪਰ ਕੀ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਹੀ ਲੱਭਦੇ ਨੇ, ਉੱਥੇ ਜਾ ਕੇ ਪਾਵਨ ਸਰੂਪ ਦੀ ਕਿਉਂ ਬੇਅਦਬੀ ਕੀਤੀ ਜਾਂਦੀ ਹੈ। ਸੋ ਹੁਣ ਪਿੰਡ ਤਰਖਾਣ ਮਾਜਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ, ਅੰਗ ਫਾੜੇ ਗਏ। ਪੁਲਿਸ ਨੇ ਉਸ ਸ਼ਖਸ ਨੂੰ ਕਾਬੂ ਕਰ ਲਿਆ ਹੈ, ਪਰ ਹਾਲੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦਾ ਕਾਰਨ ਕੀ ਸੀਗਾ, ਇਹ ਵਿਅਕਤੀ ਦਾ ਨਾਮ ਕੀ ਸੀ, ਕਿਹੜੇ ਪਿੰਡ ਤੋਂ ਸੀਗਾ, ਕਿਉਂ ਇੱਥੇ ਪਹੁੰਚਿਆ, ਇਸ ਦੇ ਪਿੱਛੇ ਕੀ ਕਾਰਨ ਹੈ, ਕਿਉਂ ਇਸ ਨੇ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕੀਤੀ ਹੈ। ਸੋ ਦੱਸ ਦਈਏ ਕਿ ਵੱਡੀ ਖਬਰ ਹੈ ਕਿ ਜਿਸ ਢੰਗ ਦੇ ਨਾਲ ਬੇਅਦਬੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਦੇ ਵਿੱਚ ਹੋਈ ਹੈ। ਸੋ ਦੱਸ ਦਈਏ ਕਿ ਤਰਖਾਣ ਮਾਜਰਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਾਵਨ ਸਰੂਪ ਦੀ ਬੇਅਦਬੀ ਹੋਈ ਹੈ। ਪਿੰਡ ਦੇ ਲੋਕ ਕੀ ਕਹਿ ਰਹੇ ਨੇ ਇਸ ਵੇਲੇ ਤੇ ਪੁਲਿਸ ਕੀ ਕਹਿ ਰਹੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ। ਕਿੰਦਰੇ ਆ ਐਸਪੀ ਹੈਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਨੂੰ ਬੇਨਤੀ ਹੈ, ਮੇਰਾ ਨਾਮ ਮਲਕੀਤ ਸਿੰਘ ਹੈ, ਮੈਂ ਕਰਦਾ ਪਿੰਡ ਹੈ। ਜੋ ਘੰਟਾ ਕੁ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਘਟਨਾ ਹੋਈ ਆ, ਅਸੀਂ ਬਾਹਰ ਬੈਠੇ ਸੀ, ਦੋ ਬਜ਼ੁਰਗ ਸੀ ਮੇਰੇ ਨਾਲ। ਦਰਬਾਰ ਸਾਹਿਬ ਨੂੰ ਲੋਕ ਲੱਗਿਆ ਹੋਇਆ ਸੀ। ਉਹ ਬੰਦਾ ਆ ਕੇ ਦੱਸਣ ਲੱਗਿਆ ਵੀ ਮੈਂ ਮੱਥਾ ਟੇਕਣਾ, ਅਤੇ ਮੈਂ ਉਹਨੂੰ ਕਿਹਾ ਵੀ ਨਲਕਾ ਜਾਓ ਪਹਿਲਾਂ ਪਹਿਲਾਂ ਹੱਥ ਧੋ। ਅਤੇ ਕਾਕਾ ਆਪਣਾ ਨਾਲ ਜਿੰਦਾ ਖੋਲ੍ਹ ਲਿਆ, ਜਿੰਦਾ ਖੋਲ੍ਹੇ ਦੇ ਦਰਵਾਜ਼ੇ ਨੂੰ ਨਾਲ ਲੱਗਿਆ। ਹਲੇ ਇਹਨੇ ਨੂੰ ਗੁਰੂ ਸਾਹਿਬ ਦੇ ਕੋਲ ਉਸ ਬੰਦੇ ਨੇ ਮੱਥਾ ਵੀ ਨਹੀਂ ਟੇਕਿਆ। ਉਹਨੇ ਜਾਣ ਸਾਰ ਗੁਰੂ ਸਾਹਿਬ ਦੀ ਬੇਅਦਬੀ ਕੀ ਬੇਅਦਬੀ ਕੀਤੀ? ਅੰਗ ਪਾੜੇ। ਕਿੰਨੇ ਕੁ ਅੰਗ ਪਾੜੇ? ਅੰਗ ਗਿਣੇ ਨੇ ਜੀ, ਗੁਰਕਾ ਸਾਹਿਬ ਦੇ ਵੀ ਪਾੜੇ ਦਿੱਤੇ ਨਿਤਨੇਮ ਕਰਦੇ ਜਿਹੜੇ ਗੁਰਕਾ ਸਾਹਿਬ ਦੇ ਅਸੀਂ। ਫਿਰ ਕੀ ਕੀਤਾ ਗਿਆ ਤੁਹਾਡੇ ਕੋਲ? ਫਿਰ ਉਹਨੂੰ ਬਹੁਤ ਅਸੀਂ ਵੱਧ ਤੋਂ ਵੱਧ ਉਹਦੇ ਜਿੰਨਾ ਕਟਾਪਾ ਚਾੜਿਆ ਮੁੰਡਿਆਂ ਨੇ, ਅਸੀਂ ਸਾਡੇ ਕੋਲ ਬਹੁਤ ਕਟਾਈ ਅੰਦਰ ਦਰਬਾਰ ਸਾਹਿਬ 'ਚ ਹੋਈ ਹੈ। ਕਿੰਨੇ ਕਹਿੰਦਾ ਸੀ ਕੀ? ਕੱਲਾ ਦਾ ਜੀ। ਨਹੀਂ ਉਹਨੇ ਦੱਸਿਆ ਨਹੀਂ ਉਹਨੇ ਦੱਸਿਆ ਕੁਛ ਨਹੀਂ ਜੀ, ਕੁਛ ਨਹੀਂ ਬੋਲਿਆ ਜੀ। ਉਹਦੇ ਜਿੰਨੇ ਥੱਪੜ ਪਏ, ਬਹੁਤ ਮੁੰਡਿਆਂ ਨੇ ਬਹੁਤ ਮਾਰੇ, ਲੱਤਾਂ ਬਹੁਤ ਮਾਰੀ, ਪਰ ਉਹ ਬੋਲਿਆ ਕੁਛ ਨਹੀਂ। ਉਹ ਕਹਿੰਦਾ ਜਿਹਨੂੰ ਮੈਨੂੰ ਫਸਾਣਾ ਤੁਸੀਂ ਕੋਸ਼ਿਸ਼ ਕਰੋ।
ਕੀ ਤੁਹਾਨੂੰ ਲੱਗਦਾ ਨਸ਼ਾ ਨੁਸ਼ਾ ਕੀਤਾ ਸੀ ਉਹਦਾ? ਨਸ਼ਾ ਨੁਸ਼ਾ ਨਹੀਂ ਜਾਓ, ਗੱਡੀ ਚਲਾ ਕੇ ਨਸ਼ਾ ਥੋੜਾ ਕਰਕੇ ਆਓਗੇ ਜੀ। ਸਵਿਫਟ ਗੱਡੀ ਆਈ ਨਾ, ਗੱਡੀ ਤੋਂ ਲੈ ਕੇ ਆਇਆ। ਪਤਾ ਲੱਗਿਆ ਵੀ ਹੈ ਕਿੱਥੋਂ ਦਾ ਰਹਿਣ ਵਾਲਾ ਜੀ? ਨਹੀਂ ਜੀ, ਹਲੇ ਉਹ ਸਾਡੇ ਗੱਡੀ ਦਾ ਕੀ ਕਰਿਆ ਸੀ? ਗੱਡੀ ਭਾਂਤੀ ਜੀ ਉਹ। ਗੱਡੀ ਅੱਜ ਕਿਹੜੀ ਸਾਈਡ ਤੁਸੀਂ? ਨਾਭਾ ਸਾਹਿਬ ਦਾ। ਨਾਭਾ ਸਾਹਿਬ ਕਿੰਦਰੇ ਆ ਐਸਪੀ ਹੈਗਾ ਐਸਪੀ ਹੈਗਾ ਇਹਦੇ ਥਾਣੇ ਲੈ ਕੇ ਗਏ ਇਹਦੇ ਥਾਣੇ ਲੈ ਕੇ ਤੋਂ ਟੈਲੀਫੋਨ ਆਇਆ ਸੀਗਾ, ਇੱਕ ਬੰਦਾ ਸੀ ਜਿਹਦੇ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕਰਤੀ ਤੇ ਜਿਹੜਾ ਕਿ ਉਹ ਮੌਕੇ ਤੇ ਫੜਿਆ ਗਿਆ ਸੀ, ਉਹਨੂੰ ਸਰਹੰਦ ਥਾਣੇ ਲੈ ਗਏ। ਉਸ ਤੋਂ ਬਾਅਦ ਹੁਣ ਉਹਦੀ ਪੁੱਛਗਿੱਛ ਕਰਨ ਤੋਂ ਬਾਅਦ ਪਰਚਾ ਤਾਂ ਅਸੀਂ ਦਰਜ ਕਰ ਦਾਂਗੇ। ਬਾਕੀ ਪੁੱਛਗਿੱਛ ਦਰਜ ਹੋਣ ਤੋਂ ਬਾਅਦ ਉਹਦਾ ਪੂਰਾ ਨਾਂ ਤੇ ਉਹਦਾ ਕਿੱਥੇ ਦਾ ਬੰਦਾ, ਕਿਉਂ ਉਹਨੇ ਇਸ ਤਰ੍ਹਾਂ ਕਰਿਆ, ਤੇ ਉਹ ਸਾਰਾ ਪੁੱਛਗਿੱਛ ਤੋਂ ਬਾਅਦ ਹੀ ਹੁਣ ਪਤਾ ਕਿੱਥੋਂ ਆਇਆ ਸੀ ਉਹ ਤੇ ਕਾਹਦੇ ਤੇ ਸੀਗਾ? ਉਹਦੇ ਕੋਲੇ ਕਾਰ ਸੀਗੀ ਤੇ ਹੁਣ ਉਹ ਕਾਰ ਅਸੀਂ ਥਾਣੇ ਲੈ ਗਏ। ਉਹਦਾ ਨੰਬਰ ਹੁਣ ਉੱਥੇ ਜਾ ਕੇ ਪਤਾ ਲੱਗਣਾ ਤੇ ਇਸ ਤੋਂ ਬਾਅਦ ਹੁਣ ਮੇਨ ਤਾਂ ਉਹਦੀ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੂਗਾ। ਇਕੱਲਾ ਬੰਦਾ ਸੀ ਕਿ ਹੋਰ ਵੀ ਨਾਲ ਸੀ ਉਹਦੇ? ਅਜੇ ਤੱਕ ਤਾਂ ਇੱਕੋ ਹੀ ਬੰਦਾ ਸੀਗਾ। ਨਸ਼ੇੜੀ ਸ਼ੁਰੂ ਲੱਗਦਾ ਕੋਈ ਨਹੀਂ, ਅਜੇ ਹੁਣ ਉਹਦੇ ਨਸ਼ੇੜੀ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹੁਣ ਅਸੀਂ ਉੱਥੇ ਚੱਲੇ ਹਾਂ ਥਾਣੇ ਤੇ ਉੱਥੇ ਜਾ ਕੇ ਹੀ ਪਤਾ ਲੱਗਣਾ ਵੀ ਸਰ ਦੇਖਣ ਦੇ ਵਿੱਚ ਨਿਹੰਗ ਸਿੰਘ ਆ ਜਾਂ ਕੋਈ ਸਿੱਖ ਆ ਜਾਂ ਹਿੰਦੂ ਆ? ਉਹ ਦੇਖਣ 'ਚ ਤਾਂ ਮੋਨਾ ਹੀ ਆ, ਵਾਲ ਕੱਟੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਨੂੰ ਬੇਨਤੀ ਹੈ, ਮੇਰਾ ਨਾਮ ਮਲਕੀਤ ਸਿੰਘ ਹੈ, ਮੈਂ ਕਰਦਾ ਵਜ਼ੀਰ ਹੈ। ਜੋ ਘੰਟਾ ਤੋਂ ਪਹਿਲਾਂ ਸੋ ਪਿੰਡ ਤਰਖਾਣ ਮਾਜਰਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਪਾਵਨ ਸਰੂਪ ਦੇ ਅੰਗ ਫਾੜੇ ਗਏ ਨੇ, ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਨੇ। ਹਾਲਾਂਕਿ ਜਿਸ ਸ਼ਖਸ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ, ਬੇਅਦਬੀ ਕੀਤੀ ਗਈ ਹੈ, ਉਸ ਨੂੰ ਕਾਬੂ ਕਰ ਲਿਆ ਗਿਆ, ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਦੀ ਛਿੱਤਰ ਪਰੇਡ ਵੀ ਹੋਈ ਹੈ। ਸੋ ਦੱਸ ਦਈਏ ਕਿ ਪਿੰਡ ਤਰਖਾਣ ਮਾਜਰਾ ਫਤਿਹਗੜ੍ਹ ਸਾਹਿਬ ਦਾ ਪਿੰਡ ਹੈ, ਗੋਬਿੰਦਗੜ੍ਹ ਦੇ ਨੇੜੇ ਇਹ ਪਿੰਡ ਹੈ, ਜਿੱਥੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਹੈ ਤੇ ਉਸ ਸ਼ਖਸ ਨੂੰ ਪਿੰਡ ਵਾਲੇ ਨੇ ਕਾਬੂ ਵੀ ਕਰ ਲਿਆ, ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਰ ਵੱਡੀ ਗੱਲ ਇਹ ਹੈ ਕਿ ਇਸ ਸ਼ਖਸ ਨੇ ਕਿਉਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਇਹ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਹੈ। ਫਤਿਹਗੜ੍ਹ ਸਾਹਿਬ ਦਾ ਪਿੰਡ ਤਰਖਾਣ ਮਾਜਰਾ ਦੱਸਿਆ ਜਾ ਰਿਹਾ ਕਿ ਨਾਭਾ ਵਾਲੇ ਪਾਸਿਓਂ ਗੱਡੀ ਦੇ ਵਿੱਚ ਇੱਕ ਸ਼ਖਸ ਆ ਕੇ ਰੁਕਦਾ ਏ ਤੇ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਕਹਿੰਦਾ ਕਿ ਦਰਬਾਰ ਸਾਹਿਬ ਦਾ ਤਾਲਾ ਖੋਲ੍ਹਿਆ ਜਾਵੇ, ਉਸਨੇ ਮੱਥਾ ਟੇਕਣਾ ਹੈ। ਉਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ। ਰਜਿੰਦਰ ਸਿੰਘ ਭੱਟ ਸਾਡੇ ਪੱਤਰਕਾਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਰਜਿੰਦਰ, ਕੀ ਅਪਡੇਟ ਹੈ? ਕੀ ਕੁਝ ਪਤਾ ਲੱਗ ਸਕਿਆ? ਵਿਅਕਤੀ ਦੀ ਪਹਿਚਾਣ ਹੋ ਸਕੀ ਹੈ ਅਤੇ ਇਸਨੇ ਕਿਉਂ ਇਹ ਕਾਰਾ ਕੀਤਾ ਹੈ? ਰਣਵੀਰ ਜੀ, ਇਹ ਨਾਭਾ ਸਾਈਡ ਤੋਂ ਆਇਆ ਸੀ ਪਰ ਵਿਅਕਤੀ ਦੀ ਅਜੇ ਪਛਾਣ ਨਹੀਂ ਹੋਈ। ਉਹ ਦੱਸ ਰਿਹਾ ਕਿ ਮੇਰੀ ਜਿਹੜੀ ਮਾਂ ਸੀ ਹਰਿਆਣੇ ਦੀ ਆ ਤੇ ਜਿਹੜੀ ਮੇਰਾ ਬਾਪ ਸੀ ਦਿੱਲੀ ਦਾ। ਉਹਦੇ ਸਾਡੇ ਗ੍ਰੰਥੀ ਭਾਈ ਰਪਾਲ ਸਿੰਘ ਅੰਦਰ ਗਏ ਸੀ, ਉਹਨਾਂ ਨੂੰ ਇਹ ਵੀ ਗੱਲ ਕਹੀ ਆ ਕਿ ਜਥੇਦਾਰ ਦੇ ਅਕਾਲ ਤਖਤ ਨੂੰ ਬੁਲਾਓ, ਫਿਰ ਮੈਂ ਦੱਸੂਗਾ ਜੀ। ਤੇ ਦੇਖਣ ਨੂੰ ਕਿੱਦਾਂ ਇਹ ਜਿਹੜਾ ਸ਼ਖਸ ਹੈ, ਕਿਉਂਕਿ ਕਿਹਾ ਜਾ ਰਿਹਾ ਕਿ ਕੁੱਟਮਾਰ ਵੀ ਇਹਦੀ ਕੀਤੀ ਗਈ ਹੈ, ਮੈਂਟਲੀ ਤੌਰ ਤੇ ਸਹੀ ਹੈ, ਕਿੱਦਾਂ ਹੈਗਾ ਇਹ? ਸਰ ਇਹ ਵੀ ਉਹਨਾਂ ਨੇ ਭਾਈ ਹੈਡ ਗ੍ਰੰਥੀ ਭਾਈ ਰਪਾਲ ਸਿੰਘ ਜੀ ਅੰਦਰੋਂ ਆਏ ਸੀ, ਅਜੇ ਅੰਦਰ ਉਹਦੇ ਨਾਲ ਪੁੱਛਗਿੱਛ ਜਾ ਰਹੀ ਹੈ ਤੇ ਉਹਨਾਂ ਨੇ ਇਹ ਦੱਸਿਆ ਸੀ ਕਿ ਉਹ ਮੈਂਟਲੀ ਤੌਰ ਤੇ ਪਛਾਣ ਕੇ ਨਸ਼ਾ ਕੀਤਾ ਹੋਇਆ ਕਾਫੀ। ਦਿਨ ਵੇਲੇ ਦੀ ਘਟਨਾ, ਕਿੰਨੇ ਵਜੇ ਦੀ ਘਟਨਾ ਹੈਗੀ ਹੈ ਇਹ ਸਾਰੀ? ਤਕਰੀਬਨ ਸਰ ਇਹ 11 ਕੁ ਵਜੇ ਦੀ ਘਟਨਾ ਸੀ। ਇਹ ਨਾਭਾ ਸਾਈਡ ਤੋਂ ਆਇਆ ਸੀ, ਜੀਡੀ ਰੋਡ ਦੇ ਨਾਲ ਸਥਿਤ ਪਿੰਡ ਆ ਤਰਖਾਣ ਮਾਜਰਾ ਜੀ। ਜੀ ਤੇ ਰੋਡ ਤੇ ਗੁਰਦੁਆਰਾ ਸਾਹਿਬ ਆ, ਜਿਹਦੇ ਅੰਦਰ ਗਿਆ ਇਹ ਗ੍ਰੰਥੀ ਸਾਹਿਬ ਨੂੰ ਇਹਨੇ ਇਹ ਕਹਿ ਕੇ ਮੱਥਾ ਟੇਕਣਾ ਤੇ ਆਪਣੀ ਗੱਡੀ ਬਾਹਰ ਖੜਾ ਕੇ ਆਇਆ ਸੀ। ਸਵਿਫਟ ਕਾਰ ਤੇ ਆਇਆ ਸੀ ਜੀ ਇਹ, ਤੇ ਸਵਿਫਟ ਕਾਰ ਨੂੰ ਬਾਹਰ ਖੜਾ ਕੇ ਅੰਦਰ ਇਹ ਗਿਆ ਮੱਥਾ ਟੇਕਣ ਤੇ ਗ੍ਰੰਥੀ ਸਾਹਿਬ ਨੇ ਜਦੋਂ ਕੁੰਡਾ ਖੋਲ ਕੇ ਇਹਨੂੰ ਗੁਰਦੁਆਰਾ ਸਾਹਿਬ ਦਾ ਤੇ ਅੰਦਰ ਭੇਜਿਆ ਤੇ ਇਹ ਜਾ ਕੇ ਸਿੱਧਾ ਹੀ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਕੋਲ ਚਲੇ ਗਿਆ। ਉੱਥੇ ਇਹਨੇ ਗੁਟਕਾ ਸਾਹਿਬ ਦੇ 10-12 ਅੰਗ ਪਾੜਨੇ ਸ਼ੁਰੂ ਕਰਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ 10-12 ਅੰਗ ਪਾੜਤੇ। ਰਜਿੰਦਰ, ਸੀਸੀਟੀਵੀ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਕੋਈ ਫੁਟੇਜ ਸਾਹਮਣੇ ਆ ਸਕੀ ਹੈ? ਜੀ ਸਰ, ਉਹ ਹਜੇ ਆ ਰਹੀ ਹੈ ਤੇ ਉਹ ਹਜੇ ਲੈ ਕੇ ਤੁਹਾਨੂੰ ਭੇਜ ਦੂੰਗਾ ਜੀ ਮੈਂ ਜਦੋਂ ਵੀ ਆਈ। ਜੀ। ਰਜਿੰਦਰ, ਵੱਡੀ ਗੱਲ ਇਹ ਹੈ ਕਿ ਪੁਲਿਸ ਕੀ ਕਹਿ ਰਹੀ ਆ? ਹੁਣ ਪਰਚਾ ਦਰਜ ਹੋ ਰਿਹਾ ਹੈ, ਕਾਰਵਾਈ ਹੋ ਰਹੀ ਹੈ ਜਾਂ ਹਾਲੇ ਜਾਂਚ ਜਾਰੀ ਹੈ? ਜੀ ਸਰ, ਮੌਕੇ ਤੇ ਐਸਐਸਪੀ ਸਾਹਿਬ ਵੀ ਪਹੁੰਚੇ ਨੇ ਤੇ ਐਸਪੀਡੀ ਤੇ ਹੋਰ ਪੁਲਿਸ ਪ੍ਰਧਾਨ ਥਾਣੇ ਚ ਉਹਦੇ ਨੂੰ ਅੰਦਰ ਤੇ ਉਹਦੇ ਤੋਂ ਪੁੱਛਗਿੱਛ ਜਾ ਰਹੀ ਹੈ ਤੇ ਪਰਚਾ ਦਰਜ ਹੋ ਰਿਹਾ ਜੀ। ਗੱਡੀ ਨੰਬਰ ਕਿੱਥੇ ਦਾ ਦੇਖਿਆ ਗਿਆ? ਸਵਿਫਟ ਜਿਹੜਾ ਕਾਰ ਨੰਬਰ ਆ ਉਹ ਕਿੱਥੇ ਦੀ ਗੱਡੀ ਹੈਗੀ ਹੈ? ਸਰ ਕਾਰ ਨੰਬਰ ਲੋਕਾਂ ਨੇ ਜਦੋਂ ਕਾਰ ਭੰਨ ਵੀ ਦਿੱਤੀ ਤੇ ਬੜੀ ਬੁਰੀ ਤਰ੍ਹਾਂ ਭੰਨਤੀ ਤੇ ਉਹਦਾ ਪੀਵੀ ਨੰਬਰ PB 347277 ਨੰਬਰ ਹੈ ਜਿਹਦਾ। ਜੀ। ਸੋ ਬਹੁਤ ਧੰਨਵਾਦ ਰਜਿੰਦਰ, ਅਸੀਂ ਤੁਹਾਤੋਂ ਮੁੜ ਤੋਂ ਅਪਡੇਟ ਲਵਾਂਗੇ। ਸੋ ਦੱਸ ਦਈਏ ਕਿ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਹੋਏ ਨੇ ਮੌਕੇ ਤੇ। ਹੁਣ ਤੋਂ ਕੁਝ ਦੇਰ ਪਹਿਲਾਂ ਦੀ ਇਹ ਘਟਨਾ ਹੈ, ਮਤਲਬ ਦਿਨ ਦਿਹਾੜੇ ਇਹ ਘਟਨਾ ਵਾਪਰੀ ਹੈ। ਇੱਕ ਵਿਅਕਤੀ ਸਵਿਫਟ ਕਾਰ ਦੇ ਵਿੱਚ ਆਉਂਦਾ ਏ
ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਕਹਿੰਦਾ ਏ। ਦਰਬਾਰ ਸਾਹਿਬ ਨੂੰ ਕੁੰਡਾ ਲੱਗਿਆ ਹੁੰਦਾ, ਜਿੰਦਾ ਲੱਗਿਆ ਹੁੰਦਾ। ਗ੍ਰੰਥੀ ਸਿੰਘ ਨੂੰ ਕਹਿੰਦਾ ਕਿ ਉਸਨੇ ਮੱਥਾ ਟੇਕਣਾ ਹੈ, ਜਿਸ ਤੋਂ ਬਾਅਦ ਗ੍ਰੰਥੀ ਸਿੰਘ ਤਾਲਾ ਖੋਲ ਦਿੰਦਾ ਹੈ। ਉਹ ਵਿਅਕਤੀ ਅੰਦਰ ਜਾਂਦਾ ਹੈ ਤੇ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੰਦਾ ਹੈ। ਗ੍ਰੰਥੀ ਸਿੰਘ ਰੌਲਾ ਪਾ ਦਿੰਦਾ ਹੈ, ਪਿੰਡ ਦੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ, ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਾਂਦਾ ਹੈ। ਉਸ ਦੀ ਛਿੱਤਰ ਪਰੇਡ ਵੀ ਹੁੰਦੀ ਹੈ, ਗੱਡੀ ਦੀ ਭੰਨ ਤੋੜ ਵੀ ਹੋ ਜਾਂਦੀ ਹੈ, ਪੁਲਿਸ ਨੂੰ ਬੁਲਾ ਲਿਆ ਜਾਂਦਾ ਹੈ। ਪਰ ਹਾਲੇ ਪੁਲਿਸ ਜਾਂਚ ਕਰ ਰਹੀ ਹੈ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਉੱਥੇ ਪਹੁੰਚੇ ਹੋਏ ਨੇ। ਐਸਐਸਪੀ ਫਤਿਹਗੜ੍ਹ ਸਾਹਿਬ ਤੇ ਹੋਰ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ ਤੇ ਮੌਜੂਦ ਨੇ ਪਿੰਡ ਤਰਖਾਣ ਮਾਜਰਾ ਦੇ ਵਿੱਚ, ਅਤੇ ਵਿਅਕਤੀ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਕਾਰਨ ਸੀਗਾ, ਕਿੱਥੋਂ ਆਇਆ, ਕਿਉਂ ਇਹ ਕਾਰਾ ਕੀਤਾ। ਪਰ ਜਿਸ ਢੰਗ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਸ਼ਖਸ ਦਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਲੱਗਦਾ ਤੇ ਨਸ਼ਾ ਇਸਨੇ ਕੀਤਾ ਹੋਇਆ ਸੀਗਾ। ਇੱਕ ਵਾਰ ਤਸਵੀਰਾਂ ਤੁਹਾਨੂੰ ਫੁੱਲ ਵਿੰਡੋ ਕਰਕੇ ਦਿਖਾਵਾਂਗੇ, ਨਾਲ ਹੀ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਕੀ ਕਹਿ ਰਹੇ ਨੇ ਤੇ ਗ੍ਰੰਥੀ ਸਿੰਘ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਨੂੰ ਬੇਨਤੀ ਹੈ, ਮੇਰਾ ਨਾਮ ਮਲਕੀਤ ਸਿੰਘ ਹੈ, ਮੈਂ ਕਰਦਾ ਪਿੰਡ ਹੈ। ਜੋ ਘੰਟਾ ਕੁ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਘਟਨਾ ਹੋਈ ਆ, ਅਸੀਂ ਬਾਹਰ ਬੈਠੇ ਸੀ, ਦੋ ਬਜ਼ੁਰਗ ਸੀ ਮੇਰੇ ਨਾਲ। ਦਰਬਾਰ ਸਾਹਿਬ ਨੂੰ ਲੋਕ ਲੱਗਿਆ ਹੋਇਆ ਸੀ। ਉਹ ਬੰਦਾ ਆ ਕੇ ਦੱਸਣ ਲੱਗਿਆ ਵੀ ਮੈਂ ਮੱਥਾ ਟੇਕਣਾ, ਤੇ ਮੈਂ ਉਹਨੂੰ ਕਿਹਾ ਵੀ ਨਲਕਾ ਜਾਓ ਪਹਿਲਾਂ ਪਹਿਲਾਂ ਹੱਥ ਧੋ। ਤੇ ਕਾਕਾ ਆਪਣਾ ਨਾਲ ਜਿੰਦਾ ਖੋਲ੍ਹ ਰਿਹਾ, ਜਿੰਦਾ ਖੋਲ੍ਹੇ ਦੇ ਦਰਵਾਜ਼ੇ ਨੂੰ ਨਾਲ ਲੱਗਿਆ। ਹਲੇ ਇਹਨੇ ਨੂੰ ਗੁਰੂ ਸਾਹਿਬ ਦੇ ਕੋਲ ਉਸ ਬੰਦੇ ਨੇ ਮੱਥਾ ਵੀ ਨਹੀਂ ਟੇਕਿਆ। ਉਹਨੇ ਜਾਣ ਸਾਰ ਗੁਰੂ ਸਾਹਿਬ ਦੀ ਬੇਅਦਬੀ ਕੀ ਬੇਅਦਬੀ ਕੀਤੀ? ਅੰਗ ਪਾੜੇ, ਕਿੰਨੇ ਅੰਗ ਪਾੜਨੇ? ਅੰਗ ਗਿਣੇ ਨੇ ਜੀ। ਗੁਰਕਾ ਸਾਹਿਬ ਦੇ ਵੀ ਪਾੜੇ ਜਿੱਥੇ ਨਿਤਨੇਮ ਕਰਦੇ ਜਿਹੜੇ ਗੁਰਕਾ ਸਾਹਿਬ ਦੇ ਅਸੀਂ। ਫਿਰ ਕੀ ਕੀਤਾ ਗਿਆ ਤੁਹਾਡੇ ਫਿਰ ਵੱਲੋਂ? ਉਹਨੂੰ ਬਹੁਤ ਅਸੀਂ ਵੱਧ ਤੋਂ ਵੱਧ ਉਹਦੇ ਜਿੰਨਾ ਕਟਾਪਾ ਜਾੜਿਆ ਮੁੰਡਿਆਂ ਨੇ, ਅਸੀਂ ਸਾਡੇ ਕੋਲ ਬਹੁਤ ਕਟਾਈ ਅੰਦਰ ਦਰਬਾਰ ਸਾਹਿਬ 'ਚ ਹੋਈ ਆ। ਕਿੰਨੇ ਕਹਿੰਦਾ ਸੀ ਕੀ? ਕੱਲਾ ਤਾਂ ਜੀ ਨਹੀਂ, ਉਹਨੇ ਦੱਸਿਆ ਨਹੀਂ ਸੀ ਉਹਨੇ ਦੱਸਿਆ ਕੁਛ ਨਹੀਂ ਜੀ, ਕੁਛ ਨਹੀਂ ਬੋਲਿਆ ਜੀ। ਉਹਦੇ ਜਿੰਨੇ ਥੱਪੜ ਪਏ, ਬਹੁਤ ਮੁੰਡਿਆਂ ਨੇ ਬਹੁਤ ਮਾਰੇ, ਲੱਤਾਂ ਬਹੁਤ ਮਾਰੀ, ਪਰ ਉਹ ਬੋਲਿਆ ਕੁਛ ਨਹੀਂ। ਉਹ ਕਹਿੰਦਾ ਜਿਹਨੂੰ ਮੈਨੂੰ ਫਸਾਣਾ ਤੁਸੀਂ ਪੁਲਿਸ ਨੂੰ ਬੁਲਾਓ। ਕੀ ਤੁਹਾਨੂੰ ਲੱਗਦਾ ਨਸ਼ਾ ਨੁਸ਼ਾ ਕੀਤਾ ਸੀ? ਨਸ਼ਾ ਨੁਸ਼ਾ ਨਹੀਂ ਜਾਓ, ਗੱਡੀ ਚਲਾ ਕੇ ਨਸ਼ਾ ਥੋੜ੍ਹਾ ਕਰਕੇ ਆਓ। ਕਦੇ ਸਵਿਫਟ ਗੱਡੀ ਆਈ ਨਾ, ਗੱਡੀ ਇੱਧਰੋਂ ਲੈ ਕੇ ਆਇਆ। ਪਤਾ ਲੱਗਿਆ ਹੈ ਕਿੱਥੋਂ ਦਾ ਰਹਿਣ ਵਾਲਾ ਜੀ? ਨਹੀਂ ਜੀ, ਹਲੇ ਉਹ ਸਾਡੇ ਗੱਡੀ ਦਾ ਕੀ ਕਰਿਆ ਸੀ? ਗੱਡੀ ਭਾਂਤੀ ਜੀ। ਗੱਡੀ ਕਿਹੜੀ ਸਾਈਡ ਤੋਂ? ਨਾਭਾ ਸਾਹਿਬ ਹੁਣ ਟੈਲੀਫੋਨ ਆਇਆ ਸੀਗਾ, ਇੱਕ ਬੰਦਾ ਸੀ ਜਿਹਨੇ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕਰਤੀ, ਤੇ ਜਿਹੜਾ ਕਿ ਉਹ ਮੌਕੇ ਤੇ ਫੜਿਆ ਗਿਆ ਸੀ, ਉਹਨੂੰ ਸਰਹੰਦ ਥਾਣੇ ਲੈ ਗਏ। ਉਸ ਤੋਂ ਬਾਅਦ ਹੁਣ ਉਹਦੀ ਪੁੱਛਗਿੱਛ ਕਰਨ ਤੋਂ ਬਾਅਦ ਪਰਚਾ ਤਾਂ ਅਸੀਂ ਦਰਜ ਕਰ ਦਾਂਗੇ। ਬਾਕੀ ਪੁੱਛਗਿੱਛ ਦਰਜ ਹੋਣ ਤੋਂ ਬਾਅਦ ਉਹਦਾ ਪੂਰਾ ਨਾਂ ਤੇ ਉਹਦਾ ਕਿੱਥੇ ਦਾ ਬੰਦਾ, ਕਿਉਂ ਉਹਨੇ ਇਸ ਤਰ੍ਹਾਂ ਕਰਿਆ, ਤੇ ਉਹ ਸਾਰਾ ਪੁੱਛਗਿੱਛ ਤੋਂ ਬਾਅਦ ਹੀ ਹੁਣ ਪਤਾ ਕਿੱਥੋਂ ਆਇਆ ਸੀ ਉਹ ਤੇ ਕਾਹਦੇ ਤੇ ਸੀਗਾ? ਉਹਦੇ ਕੋਲੇ ਕਾਰ ਸੀਗੀ, ਤੇ ਹੁਣ ਉਹ ਕਾਰ ਅਸੀਂ ਥਾਣੇ ਲੈ ਗਏ। ਉਹਦਾ ਨੰਬਰ ਹੁਣ ਉੱਥੇ ਜਾ ਕੇ ਪਤਾ ਲੱਗਣਾ, ਤੇ ਇਸ ਤੋਂ ਬਾਅਦ ਹੁਣ ਮੇਨ ਤਾਂ ਉਹਦੀ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੂਗਾ। ਇਕੱਲਾ ਬੰਦਾ ਸੀ ਕਿ ਹੋਰ ਵੀ ਨਾਲ ਸੀ ਉਹਦੇ? ਅਜੇ ਤੱਕ ਤਾਂ ਇੱਕੋ ਹੀ ਬੰਦਾ ਸੀਗਾ। ਨਸ਼ੇੜੀ ਸੀ ਲੱਗਦਾ ਕੋਈ? ਨਹੀਂ, ਅਜੇ ਹੁਣ ਉਹਦੇ ਨਸ਼ੇੜੀ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹੁਣ ਅਸੀਂ ਉੱਥੇ ਚੱਲੇ ਹਾਂ ਥਾਣੇ, ਤੇ ਉੱਥੇ ਜਾ ਕੇ ਪਤਾ ਲੱਗਣਾ ਵੀ ਸਰ ਦੇਖਣ ਦੇ ਵਿੱਚ ਨਿਹੰਗ ਸਿੰਘ ਆ ਜਾਂ ਕੋਈ ਸਿੱਖ ਆ ਜਾਂ ਹਿੰਦੂ ਹੈ? ਉਹ ਦੇਖਣ 'ਚ ਤਾਂ ਮੋਨਾ ਹੀ ਆ, ਵਾਲ ਕੱਟੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਟੈਲੀਫੋਨ ਆਇਆ ਸੀਗਾ, ਇੱਕ ਬੰਦਾ ਸੀ ਜਿਹਨੇ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕਰਤੀ। ਕਿਹੜੇ ਥਾਣੇ ਲੈ ਕੇ ਗਏ? 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 ਕਿੱਥੇ ਗਏ ਸੀ? ਹੁਣ ਟੈਲੀਫੋਨ ਆਇਆ ਸੀਗਾ, ਇੱਕ ਬੰਦਾ ਸੀ ਜਿਹਨੇ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕਰਤੀ, ਤੇ ਜਿਹੜਾ ਕਿ ਉਹ ਮੌਕੇ ਤੇ ਫੜਿਆ ਗਿਆ ਸੀ, ਉਹਨੂੰ ਸਰਹੰਦ ਥਾਣੇ ਲੈ ਗਏ। ਉਸ ਤੋਂ ਬਾਅਦ ਹੁਣ ਉਹਦੀ ਪੁੱਛਗਿੱਛ ਕਰਨ ਤੋਂ ਬਾਅਦ ਪਰਚਾ ਤਾਂ ਅਸੀਂ ਦਰਜ ਕਰ ਦਾਂਗੇ। ਬਾਕੀ ਪੁੱਛਗਿੱਛ ਦਰਜ ਹੋਣ ਤੋਂ ਬਾਅਦ ਉਹਦਾ ਪੂਰਾ ਨਾਂ ਤੇ ਉਹਦਾ ਕਿੱਥੇ ਦਾ ਬੰਦਾ, ਕਿਉਂ ਉਹਨੇ ਇਸ ਤਰ੍ਹਾਂ ਕਰਿਆ, ਤੇ ਉਹ ਸਾਰਾ ਪੁੱਛਗਿੱਛ ਤੋਂ ਬਾਅਦ ਹੀ ਹੁਣ ਪਤਾ ਕਿੱਥੋਂ ਆਇਆ ਸੀ ਉਹ ਤੇ ਕਾਹਦੇ ਤੇ ਸੀਗਾ? ਉਹਦੇ ਕੋਲੇ ਕਾਰ ਸੀਗੀ, ਤੇ ਹੁਣ ਉਹ ਕਾਰ ਅਸੀਂ ਥਾਣੇ ਲੈ ਗਏ। ਉਹਦਾ ਨੰਬਰ ਹੁਣ ਉੱਥੇ ਜਾ ਕੇ ਪਤਾ ਲੱਗਣਾ,
ਤੇ ਇਸ ਤੋਂ ਬਾਅਦ ਹੁਣ ਮੇਨ ਤਾਂ ਉਹਦੀ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੂਗਾ। ਇਕੱਲਾ ਬੰਦਾ ਸੀ ਕਿ ਹੋਰ ਵੀ ਨਾਲ ਸੀ ਉਹਦੇ? ਅਜੇ ਤੱਕ ਤਾਂ ਇੱਕੋ ਹੀ ਬੰਦਾ ਸੀਗਾ। ਨਹੀਂ, ਅਜੇ ਹੁਣ ਉਹਦੇ ਨਸ਼ੇੜੀ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹੁਣ ਅਸੀਂ ਉੱਥੇ ਚੱਲੇ ਹਾਂ ਥਾਣੇ, ਤੇ ਉੱਥੇ ਜਾ ਕੇ ਪਤਾ ਲੱਗਣਾ ਵੀ ਸਰ ਦੇਖਣ ਦੇ ਵਿੱਚ ਨਿਹੰਗ ਸਿੰਘ ਆ ਜਾਂ ਕੋਈ ਸਿੱਖ ਆ ਜਾਂ ਹਿੰਦੂ ਹੈ ਕੁਛ? ਉਹ ਦੇਖਣ 'ਚ ਤਾਂ ਮੋਨਾ ਹੀ ਆ, ਵਾਲ ਕੱਟੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਨੂੰ ਬੇਨਤੀ ਹੈ, ਮੇਰਾ ਨਾਮ ਮਲਕੀਤ ਸਿੰਘ ਹੈ, ਮੈਂ ਕਰਦਾ ਪੀਰ ਹੈ। ਜੋ ਘੰਟਾ ਕੁ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਘਟਨਾ ਹੋਈ ਆ, ਅਸੀਂ ਬਾਹਰ ਬੈਠੇ ਸੀ, ਦੋ ਬਜ਼ੁਰਗ ਸੀ ਮੇਰੇ ਨਾਲ। ਕਿੰਦਰੇ ਆ ਐਸਪੀ ਹੈਗਾ ਐਸਪੀ ਹੈਗਾ ਜਿਹੜੇ ਥਾਣੇ ਲੈ ਕੇ ਗਏ ਜਿਹੜੇ ਥਾਣੇ ਲੈ ਕੇ ਗਏ ਜਿਹੜੇ ਥਾਣੇ ਲੈ ਕੇ ਗਏ ਆ ਜਿਹੜੇ ਥਾਣੇ ਲੈ ਕੇ ਗਏ ਸੋ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣੇ ਦੇ ਵਿੱਚ ਉਸ ਸ਼ਖਸ ਨੂੰ ਲਿਜਾਇਆ ਗਿਆ ਜਿਸ ਨੇ ਇਸ ਘਿਨਾਉਣਾ ਅਪਰਾਧ ਕੀਤਾ ਹੈ। ਬੇਹੱਦ ਦੁਖਦਾਈ ਖਬਰ ਹੈ ਜਿਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਦੇ ਵਿੱਚ। ਇਸ ਤੋਂ ਬਿਨਾਂ ਖਬਰ ਇਹ ਵੀ ਆ ਰਹੀ ਹੈ ਕਿ ਨਾਲ ਹੀ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੇ ਸੜਕ ਜਾਮ ਕਰ ਦਿੱਤੀ ਹੈ ਕਿ ਇਨਸਾਫ ਨਹੀਂ ਮਿਲ ਰਿਹਾ, ਜਿਸ ਕਾਰਨ ਉਹਨਾਂ ਨੇ ਸੜਕ ਜਾਮ ਕਰ ਦਿੱਤੀ ਹੈ। ਸਾਡੇ ਪੱਤਰਕਾਰ ਜਿਹੜੇ ਰਜਿੰਦਰ ਭੱਟ ਨੇ ਉਹ ਲਗਾਤਾਰ ਉੱਥੇ ਮੌਜੂਦ ਨੇ, ਸਾਨੂੰ ਅਪਡੇਟ ਦੇ ਰਹੇ ਨੇ ਕਿ ਪੁਲਿਸ ਤੋਂ ਇਨਸਾਫ ਨਾ ਮਿਲਦਾ ਦੇਖ ਇਹ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੈ ਉਹ ਪਿੰਡ ਵਾਸੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਸਾਡੇ ਪੱਤਰਕਾਰ ਰਜਿੰਦਰ ਭੱਟ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਰਜਿੰਦਰ, ਕਿਸ ਥਾਂ ਤੇ ਧਰਨਾ ਲਾਇਆ ਗਿਆ ਹੈ? ਹੈਲੋ ਰਜਿੰਦਰ, ਕਿਸ ਥਾਂ ਤੇ ਧਰਨਾ ਲਾਇਆ ਗਿਆ ਹੈ ਪਿੰਡ ਵਾਸੀਆਂ ਦੇ ਵੱਲੋਂ? ਸਰ, ਪਿੰਡ ਵਾਸੀਆਂ ਦਾ ਕਹਿਣਾ ਇਹ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਿਆ, ਨਾ ਅੰਦਰ ਕੋਈ ਸਾਨੂੰ ਕੋਈ ਦੱਸ ਰਿਹਾ ਕਿ ਕੀ ਕਾਰਵਾਈ ਹੋ ਰਹੀ ਆ। ਜੀ, ਉਹਨੂੰ ਨਸ਼ਈ ਕਹਿ ਕੇ ਬੰਦੇ ਨੂੰ ਛੱਡ ਰਿਹਾ ਤੇ ਮੇਨ ਦਿੱਲੀ ਹਾਈਵੇ ਮਾਰਗ ਜਾਮ ਕਰਤਾ ਜੀ ਉਹਨਾਂ ਨੇ। ਜੀਟੀ ਰੋਡ ਜਾਮ ਕਰ ਦਿੱਤਾ ਗਿਆ ਹੈ ਜੀ ਮੰਡੀ ਗੋਬਿੰਦਗੜ੍ਹ ਦੇ ਨੇੜੇ? ਨਹੀਂ ਜੀ, ਇਹ ਸਰਹੰਦ ਸੀਆਈ ਸਟਾਫ ਥਾਣੇ ਦੇ ਅੱਗੇ ਜੀ। ਥਾਣੇ ਦੇ ਅੱਗੇ ਜਿਹੜਾ ਇਹ ਹੁਣ ਜਾਮ ਕਰ ਦਿੱਤਾ ਗਿਆ ਕਿ ਪੁਲਿਸ ਜਿਹੜੀ ਹੈ ਇਹ ਕਹਿ ਰਹੀ ਹੈ ਕਿ ਨਸ਼ੇੜੀ ਆ ਉਸ ਨੂੰ ਛੱਡਿਆ ਜਾ ਰਿਹਾ ਹੈ, ਇਸ ਕਰਕੇ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਹੈ ਉਹ ਜ਼ਿਆਦਾ ਵਧਿਆ ਹੋਇਆ ਹੈ। ਕੀ ਮੰਗ ਕੀ ਕਰ ਰਹੇ ਨੇ ਲੋਕ ਜਿਹੜੇ ਮੌਕੇ ਤੇ ਮੌਜੂਦ ਨੇ? ਛੱਡਿਆ ਨਹੀਂ ਜਾ ਰਿਹਾ, ਯਾਨੀ ਕਿ ਉਸ ਦੇ ਨਸ਼ਈ ਕਹਿ ਕੇ ਉਸਦਾ ਸਾਨੂੰ ਕੁਝ ਦੱਸਿਆ ਨਹੀਂ ਜਾ ਰਿਹਾ ਅੰਦਰੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ। ਲੋਕ ਕੀ ਮੰਗ ਕਰ ਰਹੇ ਨੇ ਇਸ ਵੇਲੇ? ਲੋਕ ਇਹ ਮੰਗ ਕਰ ਰਹੇ ਨੇ ਕਿ ਸਾਨੂੰ ਜਾਂ ਤਾਂ 2 ਮਿੰਟ ਦਿੱਤੇ ਜਾਵੇ ਜਾਂ ਉਹਨੂੰ ਗੋਲੀ ਮਾਰ ਦਿੱਤੀ ਜਾਵੇ। ਜੀ। ਚਲੋ ਰਜਿੰਦਰ, ਬਹੁਤ ਧੰਨਵਾਦ ਤੁਹਾਡਾ, ਨਜ਼ਰ ਬਣਾਏ ਰੱਖੋ। ਸੋ ਦੱਸ ਦਈਏ ਕਿ ਲੋਕਾਂ ਦੇ ਵਿੱਚ ਗੁੱਸਾ ਹੈ ਕਿ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਤੇ ਉਸ ਸ਼ਖਸ ਨੂੰ CIA ਸਟਾਫ ਪੁਲਿਸ ਸਰਹੰਦ ਦੇ ਹਿਰਾਸਤ ਦੇ ਵਿੱਚ ਹੈਗਾ, ਪੁਲਿਸ ਸਟੇਸ਼ਨ ਦੇ ਵਿੱਚ ਹੈਗਾ ਤੇ ਲੋਕ ਜਿਹੜੇ ਨੇ ਉਹ ਤਰਖਾਣ ਮਾਜਰਾ ਦੇ ਜਿਹੜੇ ਨੇ ਹੁਣ ਉਹ ਪੁਲਿਸ ਸਟੇਸ਼ਨ ਦੇ ਬਾਹਰ ਜਮ੍ਹਾਂ ਹੋ ਗਏ ਨੇ। ਉਹਨਾਂ ਨੇ GT ਰੋਡ ਹੈ ਜਿਹੜਾ ਉਹ ਜਾਮ ਕਰ ਦਿੱਤਾ ਹੈ, ਸੜਕ ਜਾਮ ਕਰ ਦਿੱਤੀ ਹੈ ਕਿ ਸਖਤ ਸਜ਼ਾ ਜਿਹੜੀ ਆ ਉਸ ਵਿਅਕਤੀ ਨੂੰ ਦਿੱਤੀ ਜਾਵੇ। ਸੋ ਦੱਸ ਦਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਅਤੇ ਇਹ ਕਹਿ ਕੇ ਕਿ ਮੱਥਾ ਟੇਕਣਾ ਹੈ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ, ਜਿਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਦਿੱਤੇ, ਗੁਟਕਾ ਸਾਹਿਬ ਦੀ ਬੇਅਦਬੀ ਕਰਤੀ। ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ, ਉਸ ਦੀ ਕੁੱਟਮਾਰ ਵੀ ਕੀਤੀ ਗਈ, ਗੱਡੀ ਭੰਨ ਦਿੱਤੀ ਗਈ। ਪੁਲਿਸ ਮੌਕੇ ਤੇ ਪਹੁੰਚੀ, ਪੁਲਿਸ ਦੀ ਹਿਰਾਸਤ ਦੇ ਵਿੱਚ ਇਹ ਸ਼ਖਸ ਹੈਗਾ ਏ। ਪਰ ਹੁਣ ਜਿਹੜੀ ਗੱਲ ਹੈ ਕਿ ਲੋਕ ਕਹਿ ਰਹੇ ਨੇ ਕਿ ਸਖਤ ਸਜ਼ਾ ਦਿੱਤੀ ਜਾਵੇ ਜਾਂ ਪੁਲਿਸ ਉਹਨਾਂ ਨੂੰ ਕੁਝ ਵੀ ਦੱਸ ਨਹੀਂ ਰਹੀ ਹੈਗੀ ਤੇ ਕਿਹਾ ਜਾ ਰਿਹਾ ਹੈ ਕਿ ਉਹ ਨਸ਼ੇੜੀ ਹੈ, ਉਸ ਦਾ ਮਾਨਸਿਕ ਤੌਰ ਤੇ ਸਹੀ ਨਹੀਂ ਹੈਗਾ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਲੋਕ ਕਹਿ ਰਹੇ ਨੇ ਕਿ ਸਖਤ ਸਜ਼ਾ ਦਿੱਤੀ ਜਾਵੇ ਜਾਂ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇ। ਸੋ ਇਸ ਵੇਲੇ ਦੱਸ ਦਈਏ ਕਿ ਇਹ ਸ਼ਖਸ ਜਿਹੜਾ ਸਵਿਫਟ ਗੱਡੀ ਦੇ ਵਿੱਚ ਆਇਆ ਸੀਗਾ, ਨਾਭਾ ਵਾਲੇ ਪਾਸਿਓਂ ਆਇਆ ਸੀਗਾ, ਗੁਰਦੁਆਰਾ ਸਾਹਿਬ ਪਿੰਡ ਤਰਖਾਣ ਮਾਜਰਾ ਪਹੁੰਚਿਆ। ਗ੍ਰੰਥੀ ਸਿੰਘ ਨੂੰ ਕਿਹਾ ਕਿ ਉਸਨੇ ਮੱਥਾ ਟੇਕਣਾ ਹੈ, ਗੁਰਦੁਆਰਾ ਸਾਹਿਬ ਖੋਲ੍ਹਿਆ ਜਾਵੇ, ਜਿਸ ਤੋਂ ਬਾਅਦ ਗ੍ਰੰਥੀ ਸਿੰਘ ਨੇ ਦਰਬਾਰ ਸਾਹਿਬ ਦਾ ਤਾਲਾ ਖੋਲ੍ਹ ਦਿੱਤਾ। ਇਹ ਸ਼ਖਸ ਅੰਦਰ ਜਾਂਦਾ ਹੈ ਤੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜਨੇ ਸ਼ੁਰੂ ਕਰ ਦਿੰਦਾ ਹੈ, ਗੁਟਕਾ ਸਾਹਿਬ ਦੇ ਅੰਗ ਫਾੜਨੇ ਸ਼ੁਰੂ ਕਰ ਦਿੰਦਾ ਹੈ। ਗ੍ਰੰਥੀ ਸਿੰਘ ਉਸ ਨੂੰ ਰੋਕਦਾ ਹੈ ਤੇ ਰੌਲਾ ਪਾ ਦਿੰਦਾ ਹੈ, ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ। ਉਸ ਸ਼ਖਸ ਨੂੰ ਕਾਬੂ ਕਰ ਲਿਆ ਜਾਂਦਾ ਹੈ, ਕੁੱਟਮਾਰ ਕੀਤੀ ਜਾਂਦੀ ਹੈ, ਛਿੱਤਰ ਫਰੇਡ ਕੀਤੀ ਜਾਂਦੀ ਹੈ, ਪਰ ਉਹ ਕੁਝ ਵੀ ਮੂੰਹੋਂ ਬੋਲ ਕੇ ਨਹੀਂ ਦੱਸਦਾ। ਗੱਡੀ ਤੱਕ ਭੰਨ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ, ਪੁਲਿਸ ਉਸ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ।
ਤੇ ਹੁਣ CIS ਸਟਾਫ ਦੇ ਬਾਹਰ ਧਰਨਾ ਜਿਹੜਾ ਹੈ ਉਹ ਆਮ ਲੋਕਾਂ ਦਾ ਚੱਲ ਰਿਹਾ ਹੈ ਕਿ ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਇੱਕ ਵਾਰ ਫਿਰ ਤੁਹਾਨੂੰ ਸੁਣਾਉਂਦੇ ਹਾਂ ਕਿ ਗ੍ਰੰਥੀ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਸ਼ਖਸ ਦੇ ਬਾਰੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਨੂੰ ਬੇਨਤੀ ਹੈ, ਮੇਰਾ ਨਾਮ ਮਲਕੀਤ ਸਿੰਘ ਹੈ, ਮੈਂ ਕਰਦਾ ਪੀਰ ਹੈ। ਜੋ ਘੰਟਾ ਕੁ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਘਟਨਾ ਹੋਈ ਆ, ਅਸੀਂ ਬਾਹਰ ਬੈਠੇ ਸੀ, ਦੋ ਬਜ਼ੁਰਗ ਸੀ ਮੇਰੇ ਨਾਲ। ਦਰਬਾਰ ਸਾਹਿਬ ਨੂੰ ਲੋਕ ਲੱਗਿਆ ਹੋਇਆ ਸੀ। ਉਹ ਬੰਦਾ ਆ ਕੇ ਦੱਸਣ ਲੱਗਿਆ ਵੀ ਮੈਂ ਮੱਥਾ ਟੇਕਣਾ, ਅਤੇ ਮੈਂ ਉਹਨੂੰ ਕਿਹਾ ਵੀ ਨਲਕਾ ਜਾਓ ਪਹਿਲਾਂ ਹੱਥ ਧੋ। ਅਤੇ ਕਾਕਾ ਆਪਣਾ ਨਾਲ ਜਿੰਦਾ ਖੋਲ੍ਹ ਲਿਆ, ਜਿੰਦਾ ਖੋਲ੍ਹੇ ਦੇ ਦਰਵਾਜ਼ੇ ਨੂੰ ਨਾਲ ਲੱਗਿਆ। ਹਲੇ ਇਹਨੇ ਨੂੰ ਗੁਰੂ ਸਾਹਿਬ ਦੇ ਕੋਲ ਉਸ ਬੰਦੇ ਨੇ ਮੱਥਾ ਵੀ ਨਹੀਂ ਟੇਕਿਆ। ਉਹਨੇ ਜਾਣ ਸਾਰ ਗੁਰੂ ਸਾਹਿਬ ਦੀ ਬੇਅਦਬੀ ਕੀ ਬੇਅਦਬੀ ਕੀਤੀ? ਅੰਗ ਪਾੜੇ। ਕਿੰਨੇ ਕੁ ਅੰਗ ਪਾੜੇ? ਅੰਗ ਗਿਣੇ ਨੇ ਜੀ। ਗੁਰਕਾ ਸਾਹਿਬ ਦੇ ਵੀ ਪਾੜੇ ਦਿੱਤੇ ਨਿਤਨੇਮ ਕਰਦੇ ਜਿਹੜੇ ਗੁਰਕਾ ਸਾਹਿਬ ਦੇ ਅਸੀਂ। ਹੋਰ ਕੀ ਕੀਤਾ ਗਿਆ ਤੁਹਾਡੇ ਫਿਰ ਉਹਨੂੰ ਬਹੁਤ ਅਸੀਂ ਵੱਧ ਤੋਂ ਵੱਧ ਉਹਦੇ ਜਿੰਨਾ ਕਟਾਪਾ ਜਾੜਿਆ ਮੁੰਡਿਆਂ ਨੇ, ਅਸੀਂ ਸਾਡੇ ਕੋਲ ਬਹੁਤ ਕਟਾਈ ਅੰਦਰ ਦਰਬਾਰ ਸਾਹਿਬ 'ਚ ਹੋਈ ਹੈ। ਕਿੰਨੇ ਕਹਿੰਦੇ ਸੀ ਕੀ? ਇਕੱਲਾ ਤਾਂ ਜੀ ਨਹੀਂ, ਉਹਨੇ ਦੱਸਿਆ ਨਹੀਂ ਸੀ ਨਾਲ ਉਹਨੇ ਦੱਸਿਆ ਕੁਛ ਨਹੀਂ ਜੀ, ਕੁਛ ਨਹੀਂ ਬੋਲਿਆ ਜੀ। ਉਹਦੇ ਜਿੰਨੇ ਥੱਪੜ ਪਏ, ਬਹੁਤ ਮੁੰਡਿਆਂ ਨੇ ਬਹੁਤ ਮਾਰੇ, ਲੱਤਾਂ ਬਹੁਤ ਮਾਰੀ, ਪਰ ਉਹ ਬੋਲਿਆ ਕੁਛ ਨਹੀਂ। ਉਹ ਕਹਿੰਦਾ ਜਿਹਨੂੰ ਮੈਨੂੰ ਫਸਾਣਾ ਤੁਸੀਂ ਪੁਲਿਸ ਨੂੰ ਬੁਲਾਓ। ਕੀ ਤੁਹਾਨੂੰ ਲੱਗਦਾ ਨਸ਼ਾ ਨੁਸ਼ਾ ਕੀਤਾ ਸੀ ਉਹਦਾ? ਨਸ਼ਾ ਨੁਸ਼ਾ ਨਹੀਂ ਜਾਓ, ਗੱਡੀ ਚਲਾ ਕੇ ਨਸ਼ਾ ਥੋੜ੍ਹਾ ਕਰਕੇ ਆਓਗੇ ਜੀ। ਸਵਿਫਟ ਗੱਡੀ ਆਈ ਨਾ, ਗੱਡੀ ਇੱਧਰੋਂ ਲੈ ਕੇ ਆਇਆ। ਪਤਾ ਲੱਗਿਆ ਹੈ ਕਿੱਥੋਂ ਦਾ ਰਹਿਣ ਵਾਲਾ ਜੀ? ਨਹੀਂ ਜੀ, ਹਲੇ ਉਹ ਸਾਡੇ ਗੱਡੀ ਦਾ ਕੀ ਕਰਿਆ ਸੀ? ਗੱਡੀ ਭਾਂਤੀ ਜੀ ਉਹ ਗੱਡੀ। ਅੱਜ ਕਿਹੜੀ ਸਾਈਡ ਤੋਂ? ਨਾਭਾ ਸਾਹਿਬ ਨਾਭਾ ਸਾਹਿਬ। ਉਹ ਟੈਲੀਫੋਨ ਆਇਆ ਸੀਗਾ, ਇੱਕ ਬੰਦਾ ਸੀ ਜਿਹਨੇ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕਰਤੀ, ਤੇ ਜਿਹੜਾ ਕਿ ਉਹ ਮੌਕੇ ਤੇ ਫੜਿਆ ਗਿਆ ਸੀ, ਉਹਨੂੰ ਸਰਹੰਦ ਥਾਣੇ ਲੈ ਗਏ। ਉਸ ਤੋਂ ਬਾਅਦ ਹੁਣ ਉਹਦੀ ਪੁੱਛਗਿੱਛ ਕਰਨ ਤੋਂ ਬਾਅਦ ਪਰਚਾ ਤਾਂ ਅਸੀਂ ਦਰਜ ਕਰ ਦਾਂਗੇ। ਬਾਕੀ ਪੁੱਛਗਿੱਛ ਦਰਜ ਹੋਣ ਤੋਂ ਬਾਅਦ ਉਹਦਾ ਪੂਰਾ ਨਾਂ ਤੇ ਉਹਦਾ ਕਿੱਥੇ ਦਾ ਬੰਦਾ, ਕਿਉਂ ਉਹਨੇ ਇਸ ਤਰ੍ਹਾਂ ਕਰਿਆ, ਤੇ ਉਹ ਸਾਰਾ ਪੁੱਛਗਿੱਛ ਤੋਂ ਬਾਅਦ ਹੀ ਹੁਣ ਪਤਾ ਕਿੱਥੋਂ ਆਇਆ ਸੀ ਉਹਦੇ ਕਿੰਨੇ ਵਾਰ ਕਾਹਦੇ ਤੇ ਸੀਗਾ? ਉਹਦੇ ਕੋਲੇ ਕਾਰ ਸੀਗੀ, ਤੇ ਹੁਣ ਉਹ ਕਾਰ ਅਸੀਂ ਥਾਣੇ ਲੈ ਗਏ। ਉਹਦਾ ਨੰਬਰ ਹੁਣ ਉੱਤੇ ਜਾ ਕੇ ਪਤਾ ਲੱਗਣਾ, ਤੇ ਇਸ ਤੋਂ ਬਾਅਦ ਹੁਣ ਮੇਨ ਤਾਂ ਉਹਦੀ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੂਗਾ। ਇਕੱਲਾ ਬੰਦਾ ਸੀ ਕਿ ਹੋਰ ਵੀ ਨਾਲ ਸੀ ਉਹਦੇ? ਅਜੇ ਤੱਕ ਤਾਂ ਇੱਕੋ ਹੀ ਬੰਦਾ ਸੀਗਾ। ਨਸ਼ੇੜੀ ਲੱਗਦਾ ਕੋਈ? ਨਹੀਂ, ਅਜੇ ਹੁਣ ਉਹਦੇ ਨਸ਼ੇੜੀ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹੁਣ ਅਸੀਂ ਉੱਥੇ ਚੱਲੇ ਹਾਂ ਥਾਣੇ, ਤੇ ਉੱਥੇ ਜਾ ਕੇ ਪਤਾ ਲੱਗਣਾ ਵੀ। ਸਰ, ਦੇਖਣ ਦੇ ਵਿੱਚ ਨਿਹੰਗ ਸਿੰਘ ਆ ਜਾਂ ਕੋਈ ਸਿੱਖ ਆ ਜਾਂ ਹਿੰਦੂ ਹੈ? ਉਹ ਦੇਖਣ 'ਚ ਤਾਂ ਮੋਨਾ ਹੀ ਆ, ਵਾਲ ਕੱਟੇ। ਖਾਲਸਾ ਵਾਹਿਗੁਰੂ। ਸਾਡੇ ਗ੍ਰੰਥ ਸਾਹਿਬ ਪਾੜੇ ਗਏ ਨੇ, ਸਾਨੂੰ ਇਹ ਚੀਜ਼ ਦੀ ਲੋੜ ਹੈ। ਕਿਉਂ ਹਰ ਸਾਲ ਸਾਡੇ ਹੁੰਦਾ ਇਹ ਕੰਮ? ਸਰ, ਹਰ ਸਾਲ ਸਾਡੇ ਕੰਮ ਹੋਏ ਹੁੰਦਾ, ਕਿਉਂ ਸਾਡੇ ਐਵੇਂ ਹੁੰਦਾ? ਸਾਡੇ ਪਿੰਡ ਦੇ ਮੁੰਡੇ ਕੁੱਤੇ ਗਏ। ਸਾਡੇ ਗ੍ਰੰਥ ਸਾਹਿਬ ਪਾੜੇ ਗਏ ਨੇ, ਸਾਨੂੰ ਇਹ ਚੀਜ਼ ਦੀ ਲੋੜ ਹੈ। ਕਿਉਂ ਹਰ ਸਾਲ ਸਾਡੇ ਹੁੰਦਾ ਇਹ ਕੰਮ? ਸਰ, ਹਰ ਸਾਲ ਸਾਡੇ ਕੰਮ ਹੋਏ ਹੁੰਦਾ, ਕਿਉਂ ਸਾਡੇ ਐਵੇਂ ਹੁੰਦਾ? ਸਾਡੇ ਪਿੰਡ ਦੇ ਮੁੰਡੇ ਕੁੱਤੇ ਗਏ।
ਸਾਡੇ ਗ੍ਰੰਥ ਸਾਹਿਬ ਪਾਲੇ ਗਏ ਨੇ, ਸਾਨੂੰ ਇਹ ਚੀਜ਼ ਦੀ ਲੋੜ ਹੈ। ਜੋ ਹਰ ਸਾਲ ਸਾਡੇ ਹੁੰਦਾ ਹੈ ਕੰਮ, ਸਰ ਹਰ ਸਾਲ ਸਾਡੇ ਕੰਮ ਹੋਏ ਹੁੰਦਾ ਹੈ। ਕਿਉਂ ਸਾਡੇ ਐਵੇਂ ਹੁੰਦਾ ਹੈ? ਸਾਡੇ ਪਿੰਡ ਦੇ ਮੁੰਡੇ ਕੁੱਤੇ ਗਏ। ਸਾਡੇ ਗ੍ਰੰਥ ਸਾਹਿਬ ਪਾਲੇ ਗਏ ਨੇ, ਸਾਨੂੰ ਇਹ ਚੀਜ਼ ਦੀ ਲੋੜ ਹੈ। ਜੋ ਹਰ ਸਾਲ ਸਾਡੇ ਹੁੰਦਾ ਹੈ ਕੰਮ, ਸਰ ਹਰ ਸਾਲ ਸਾਡੇ ਕੰਮ ਹੋਏ ਹੁੰਦਾ ਹੈ। ਕਿਉਂ ਸਾਡੇ ਐਵੇਂ ਹੁੰਦਾ ਹੈ? ਸਾਡੇ ਪਿੰਡ ਦੇ ਮੁੰਡੇ ਕੁੱਤੇ ਗਏ। ਸਾਡੇ ਗ੍ਰੰਥ ਸਾਹਿਬ ਪਾਲੇ ਗਏ ਨੇ, ਸਾਨੂੰ ਇਹ ਚੀਜ਼ ਦੀ ਲੋੜ ਹੈ। ਸੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਦੇ ਵਿੱਚ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਹੈ, ਜਿਸ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਦੇ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਹੈ। ਜੀਟੀ ਰੋਡ ਨੂੰ ਜਾਮ ਕਰ ਦਿੱਤਾ ਗਿਆ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਹਾਲੇ ਪੁਲਿਸ ਪੁੱਛਗਿੱਛ ਕਰ ਰਹੀ ਹੈ, ਕਾਰਵਾਈ ਕੀਤੀ ਜਾਣੀ ਹੈ। ਉਸ ਤੋਂ ਪਹਿਲਾਂ ਦੀ ਗੱਲ ਦੱਸੀਏ ਤਾਂ 11 ਵਜੇ ਦੇ ਕਰੀਬ ਇਹ ਸ਼ਖਸ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ ਹੈ ਤੇ ਕਹਿੰਦਾ ਕਿ ਉਸਨੇ ਮੱਥਾ ਟੇਕਣ ਆਏ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਦਾ ਤਾਲਾ ਖੋਲ ਦਿੰਦਾ ਹੈ ਤਾਂ ਇਹ ਵਿਅਕਤੀ ਅੰਦਰ ਜਾ ਕੇ ਮੱਥਾ ਟੇਕਣ ਦੀ ਬਜਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੰਦਾ ਹੈ। ਪਾਵਨ ਸਰੂਪ ਦੇ ਅੰਗ ਤੱਕ ਫਾੜ ਦਿੰਦਾ ਹੈ, ਗੁਟਕਾ ਸਾਹਿਬ ਦੇ ਅੰਗ ਫਾੜ ਦਿੰਦਾ, ਜਿਸ ਤੋਂ ਬਾਅਦ ਇਸ ਨੂੰ ਗ੍ਰੰਥੀ ਸਿੰਘ ਰੋਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਪਿੰਡ ਵਾਸੀਆਂ ਨੂੰ ਬੁਲਾਉਂਦਾ ਹੈ ਰੌਲਾ ਪਾ ਕੇ, ਜਿਸ ਤੋਂ ਬਾਅਦ ਇਸ ਸ਼ਖਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ। ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸ਼ਖਸ ਕਿੱਥੋਂ ਦਾ ਰਹਿਣ ਵਾਲਾ ਸੀ, ਇਸਨੇ ਕਿਸ ਦੇ ਕਹੇ ਤੇ ਇਹ ਸਾਰਾ ਕਾਰਾ ਕੀਤਾ, ਕਿਉਂ ਇਸਨੇ ਬੇਅਦਬੀ ਕੀਤੀ ਹੈ, ਕੀ ਕਾਰਨ ਸੀਗਾ ਇਸ ਦਾ, ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਪਿੰਡ ਵਾਲਿਆਂ ਨੇ ਉਸ ਦੀ ਕੁੱਟਮਾਰ ਵੀ ਕੀਤੀ, ਗੱਡੀ ਦੀ ਵੀ ਭੰਨਤੋੜ ਕੀਤੀ ਤੇ ਹੁਣ ਇਹ ਵਿਅਕਤੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਸਰਹੰਦ CIS ਸਟਾਫ ਦੇ ਵਿੱਚ ਹੈ, ਜਿੱਥੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਹੋਏ ਨੇ। ਲੋਕਾਂ ਨੂੰ ਸ਼ਾਂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਪਹੁੰਚੇ ਨੇ, ਪਰ ਹਾਲੇ ਕਾਰਵਾਈ ਕੀਤੀ ਜਾਣੀ ਹੈ। ਸੋ ਦੱਸ ਦਈਏ ਕਿ ਲੁਧਿਆਣਾ ਤੋਂ ਜਿਹੜਾ ਦਿੱਲੀ, ਮਾਫ ਕਰਨਾ, ਅੰਮ੍ਰਿਤਸਰ ਤੋਂ ਦਿੱਲੀ ਤੱਕ ਮਾਰਗ ਹੈ ਜਿਹੜਾ GT ਰੋਡ ਹੈ, ਜਿਸ ਤੇ ਵਾਹਨ ਲਗਾਤਾਰ ਚੱਲਦੇ ਨੇ ਤੇ ਉੱਥੇ ਸਰਹੰਦ ਕੋਲ ਇਸ ਵੇਲੇ ਜਾਮ ਲਾ ਦਿੱਤਾ ਗਿਆ ਪਿੰਡ ਵਾਲਿਆਂ ਦੇ ਵੱਲੋਂ ਤੇ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪਰ ਇਸ ਘਟਨਾ ਦੀ ਤਹਿ ਤੱਕ ਪਹੁੰਚਣ ਦੀ ਲੋੜ ਹੈਗੀ ਹੈ ਕਿ ਆਖਿਰ ਇਹ ਘਟਨਾਵਾਂ ਕਿਉਂ ਵਾਪਰਦੀਆਂ ਨੇ। ਗੋਬਿੰਦਗੜ੍ਹ ਦੇ ਪਿੰਡ ਤੂਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਤੇ ਹੁਣ ਗੋਬਿੰਦਗੜ੍ਹ ਦੇ ਨੇੜੇ ਦਾ ਹੀ ਪਿੰਡ ਹੈ ਤਰਖਾਣ ਮਾਜਰਾ, ਜਿੱਥੇ ਇਸ ਸ਼ਖਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। तमाम ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ